आसा सुत अपराध करत है जेते, जननी चीत न राखस तेते। रामैया हों बारिक तेरा, काहे न खंडस अवगुण मेरा। रहाओ जे अत क्रोप करे करताया, तां भी चीत न राखस माया। चिंत भमन मन पर्यो हमारा, नाम बिना कैसे उतरस पारा। देह बिमल मत सदा शरीरा, सहज सहज गुण रवै कबीरा। वाहिगुरु जी का खालसा, वाहिगुरु जी की फतेह। परम सत्कारयोग सतगुਰਾਂ ਦੀ ਸਾਜੀ ਨਮਾਜੀ ਸਾਧ ਸੰਗਤ ਜੀਓ। ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਦਾਸਤਾਏ ਨਿਸ਼ਚਾ ਹੈ ਵਿਸ਼ਵਾਸ, ਲੋਕ ਰੱਬ ਦੀਆਂ ਗੱਲਾਂ ਕਰਦੇ ਹਨ, ਸੁਣਾਉਂਦੇ ਹਨ, ਪਰ ਗੁਰਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਹੈ। ਬਸ਼ਰਤੇ ਉਸ ਭਾਵਨਾ ਨਾਲ ਅਸੀਂ ਬਾਣੀ ਦਾ ਪਾਠ ਕਰੀਏ, ਉਸ ਭਾਵਨਾ ਨਾਲ ਬਾਣੀ ਨੂੰ ਸੁਣੀਏ, ਉਸ ਸ਼ਰਧਾ ਦੇ ਨਾਲ ਬਾਣੀ ਦੇ ਦੱਸੇ ਰਾਹ 'ਤੇ ਚੱਲੀਏ, ਤੇ ਫਿਰ ਟੁੱਟੇ ਹੋਏ ਜੀਵ ਦਾ ਮਨ ਉਸ ਪਰਮਾਤਮਾ ਨਾਲ ਜੁੜ ਜਾਂਦਾ। ਦੇਖੋ ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਿਤਨਾ ਮਾਰਗ ਦਰਸ਼ਨ ਕੀਤਾ ਹੈ। ਆਖਿਆ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਇਹੋ ਜਿਹੀ ਨਿਮਰਤਾ, ਇਹੋ ਜਿਹੀ ਆਪਣੇ ਅੰਦਰ ਨਿਰਹੰਕਾਰ ਅਵਸਥਾ ਬਣਾਉਣੀ ਚਾਹੀਦੀ। ਕਦੇ ਵੀ ਪਰਮਾਤਮਾ ਦੇ ਨਾਲ ਬਰਾਬਰੀ ਨਾ ਕਰੀਏ। ਸਾਰੀ ਗੁਰਬਾਣੀ ਸਾਨੂੰ ਇਹੋ ਹੀ ਦੱਸ ਰਹੀ। ਜੈਸਾ ਬਾਰਿਕ ਭਾਇ ਸੁਭਾਈ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਆਵੇ। ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਹਰ ਜੀਵ ਨੂੰ ਇਸ ਤਰ੍ਹਾਂ ਦੀ ਭਾਵਨਾ ਆਪਣੇ ਅੰਦਰ ਧਾਰਨ ਕਰਨੀ ਚਾਹੀਦੀ ਹੈ, ਔਰ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਇਹ ਅਰਦਾਸ ਕਰਨੀ ਚਾਹੀਦੀ। ਹੇ ਵਾਹਿਗੁਰੂ, ਰਾਮਈਆ ਹਉ ਬਾਰਿਕ ਤੇਰਾ। ਸ਼ਬਦ ਦੇ ਅੱਖਰ ਕੋਈ ਅਰਥ ਔਖੇ ਨਹੀਂ ਹੈ, ਸਿਰਫ ਆਪਣੇ ਆਪ ਨੂੰ ਉਸ ਅਵਸਥਾ ਵਿੱਚ ਢਾਲਣਾ ਔਖਾ ਜ਼ਰੂਰ ਹੈ। ਕਿਉਂਕਿ ਮੇਰੇ ਤੁਹਾਡੇ ਸਭ ਦੇ ਅੰਦਰ ਇੱਕ ਅਹੰਕਾਰ ਦੀ ਬਿਰਤੀ ਐਸੀ ਪ੍ਰਵੇਸ਼ ਕਰ ਗਈ ਹੈ ਕਿ ਅਸੀਂ ਨਿਮਰਤਾ ਵਿੱਚ ਆਉਣ ਲਈ ਤਿਆਰ ਨਹੀਂ। ਤੇ ਯਾਦ ਰੱਖੋ, ਪਰਮਾਤਮਾ ਨਾਲ ਜੁੜਨ ਵਾਸਤੇ ਨਿਮਰਤਾ ਦੀ ਬੜੀ ਲੋੜ ਹੈ, ਅਹੰਕਾਰ ਤਿਆਗਣ ਦੀ ਬੜੀ ਲੋੜ ਹੈ। ਅਹੰਕਾਰੀ ਬੰਦਾ ਕਦੇ ਜੁੜ ਨਹੀਂ ਸਕਦਾ। ਉਹਦੇ ਘਰ ਵਿੱਚ ਤੇ ਹਮੇਸ਼ਾ ਉਹ ਪ੍ਰਵਾਨ ਹੁੰਦਾ ਹੈ ਜਿਹੜਾ ਨਿਰਹੰਕਾਰ ਹੋ ਕੇ ਉਸ ਦੀ ਸ਼ਰਨ ਵਿੱਚ ਆ ਜਾਏ। ਇਸੇ ਲਈ ਭਗਤ ਰਵਿਦਾਸ ਜੀ ਨੇ ਵੀ ਕਿਹਾ ਹੈ, ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੇ ਵਾਹਿਗੁਰੂ, ਮੇਰੇ ਵਰਗਾ ਕੋਈ ਦੀਨ ਨਹੀਂ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਹੁਣ ਮੇਰੀ ਹੋਰ ਅਜ਼ਮਾਇਸ਼ ਨਾ ਲਵੋ। ਮੈਂ ਤੇ ਇਹੋ ਹੀ ਬੇਨਤੀ ਕਰਦਾ ਕਿ ਮੈਨੂੰ ਭੁੱਲੇ ਹੋਏ ਨੂੰ ਤੁਸੀਂ ਆਪਣੇ ਨਾਲ ਜੋੜ ਲਓ। ਰਾਮਈਆ ਹਉ ਬਾਰਿਕ ਤੇਰਾ। ਰਾਮਈਆ ਸ਼ਬਦ ਬਾਣੀ ਵਿੱਚ ਪਰਮਾਤਮਾ ਦੀ ਬਹੁਤ ਵਾਰੀ ਆਇਆ। ਕਿਧਰੇ ਰਮਈਆ ਲਿਖਿਆ, ਕਿਧਰੇ ਰਾਮਈਆ ਲਿਖਿਆ।
ਇਹ ਜਿਹੜਾ ਕੰਨਾ ਵੱਧ ਹੈ ਇਹ ਤੇ ਕਵਿਤਾ ਦਾ ਤੋਲ ਪੂਰਾ ਕਰਨ ਵਾਸਤੇ ਸ਼ਬਦ ਰਮਈਆ ਹੀ ਹੈ। ਰਮਈਆ ਦੇ ਅਖਰੀ ਅਰਥ ਨੇ ਜੋ ਰਮਿਆ ਹੋਇਆ ਰਾਮ। ਇੱਥੇ ਸ੍ਰੀ ਰਾਮਚੰਦਰ ਜੀ ਦੀ ਗੱਲ ਨਹੀਂ। ਹਾਂ, ਕੋਈ ਸ਼ਰਧਾਵਾਨ ਖਿੱਚ ਧੂ ਕੇ ਉਧਰ ਲਿਜਾਵੇ ਤੇ ਉਹਦੀ ਮਰਜ਼ੀ ਹੈ, ਪਰ ਇਹ ਸ਼ਬਦ ਰਾਮਈਆ ਕਬੀਰ ਜੀ ਨੇ ਬਾਣੀ ਵਿੱਚ ਬਹੁਤ ਜਗ੍ਹਾ ਵਰਤੇ, ਜਿਹਦਾ ਮਤਲਬ ਹੈ ਜੋ ਜ਼ਰੇ ਜ਼ਰੇ ਕਣ ਕਣ ਵਿੱਚ ਰਮਿਆ ਹੋਇਆ। ਉਸ ਪਰਮਾਤਮਾ ਦੇ ਸਾਹਮਣੇ ਸਰੈਂਡਰ ਕਰਕੇ, ਹਥਿਆਰ ਸੁੱਟ ਕੇ, ਨਿਰਹੰਕਾਰ ਹੋ ਕੇ ਬੇਨਤੀ ਕਰਨੀ, ਰਾਮਈਆ ਹਉ ਬਾਰਿਕ ਤੇਰਾ। ਹੇ ਵਾਹਿਗੁਰੂ, ਮੈਂ ਤੇਰਾ ਬੱਚਾ ਹਾਂ। ਬੱਚਾ ਅਣਜਾਣ ਹੁੰਦਾ, ਬੱਚਾ ਚੰਚਲ ਵੀ ਹੁੰਦਾ, ਤੇ ਬੱਚੇ ਵਿੱਚ ਕਈ ਤਰ੍ਹਾਂ ਦੀਆਂ ਭੁੱਲਾਂ ਕਰਨ ਦਾ ਸੁਭਾਅ ਹੁੰਦਾ। ਇਸ ਲਈ ਮੈਂ ਤੁਹਾਡਾ ਬੱਚਾ ਹਾਂ। ਚੰਚਲ ਬੁੱਧ ਬਾਰਕ ਬਪਰੇ ਕੀ, ਸਰਬ ਅਗਨ ਕਰ ਮੇਲੇ। ਮੈਨੂੰ ਕੋਈ ਸਿਆਣਪ ਨਹੀਂ ਆਉਂਦੀ। ਰਾਮਈਆ ਹਉ ਬਾਰਿਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। हे ਮੇਰੇ ਪਿਤਾ ਸਰੂਪ, हे ਮੇਰੇ ਮਾਤਾ ਸਰੂਪ ਪਰਮਾਤਮਾ ਜੀਓ, ਤੁਸੀਂ ਮੇਰੇ ਅਵਗੁਣਾਂ ਨੂੰ, ਮੇਰੇ ਗੁਨਾਹਾਂ ਨੂੰ ਕਿਉਂ ਨਹੀਂ ਖੰਡੋਗੇ? ਭਾਵ ਤੁਸੀਂ ਖੰਡਣਾ ਕਰੋ, ਕਿਉਂਕਿ ਮਾਤਾ ਪਿਤਾ ਦਾ ਇਹ ਬਿਰਧ। ਬੱਚੇ ਕੋਲੋਂ ਬੜੀਆਂ ਗਲਤੀਆਂ ਹੁੰਦੀਆਂ ਨੇ, ਮਾਂ ਬਾਪ ਬਖਸ਼ ਦਿੰਦੇ। ਤੁਸੀਂ ਵੀ ਮੇਰਾ ਗੁਨਾਹ ਮਾਫ ਕਰ ਦਿਓ। ਹੁਣ ਪਹਿਲੀ ਗੱਲ ਤਾਂ ਅਸੀਂ ਮੰਨੀਏ ਕਿ ਅਸੀਂ ਵਾਕਈ ਗਲਤੀਆਂ ਕਰਦੇ ਹਾਂ, ਫੇਰ ਹੀ ਉਹਨਾਂ ਗਲਤੀਆਂ ਦੇ ਬਖਸ਼ਾਉਣ ਵਾਸਤੇ ਅਸੀਂ ਅਰਦਾਸ ਕਰ ਸਕਦੇ। ਤੋ ਗੁਰਬਾਣੀ ਦੇ ਅੰਦਰ ਉਸ ਪਰਮਾਤਮਾ ਨੂੰ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਆਖਿਆ ਮੇਰਾ ਤੇ ਸਭ ਕੁਝ ਤੂੰ ਹੀ ਹੈ। ਪਿਤਾ ਵੀ ਤੂੰ ਹੈ, ਮਾਤਾ ਵੀ ਤੂੰ ਹੈ, ਬੰਧਪ ਰਿਸ਼ਤੇਦਾਰ ਵੀ ਤੂੰ ਹੈ, ਭਰਾ ਵੀ ਤੂੰ ਹੈ। ਹਾਂ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ। ਰਾਮਈਆ ਹਉ ਬਾਰਿਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। ਮੇਰਾ ਔਗਣ, ਮੇਰੀਆਂ ਗਲਤੀਆਂ ਕਿਉਂ ਨਹੀਂ ਮਾਫ ਕਰੋ? ਫਿਰ ਮਿਸਾਲ ਦੇ ਕੇ ਦੱਸਿਆ, ਹੇ ਵਾਹਿਗੁਰੂ ਜੀ, ਦੇਖੋ ਇੱਕ ਦੁਨਿਆਵੀ ਮਾਤਾ ਪਿਤਾ ਕਿਤਨੇ ਦਿਆਲੂ ਨੇ। ਸੁਤ ਅਪਰਾਧ ਕਰਤ ਹੈ ਜੇਤੇ। ਸੁਤ ਕਹੀਏ ਪੁੱਤਰ, ਪੁੱਤਰ ਅਪਰਾਧ ਕਰਦਾ ਹੈ, ਕਿਤਨੇ ਹੀ ਗਲਤੀਆਂ ਕਰਦਾ। ਬੱਚਿਆਂ ਦਾ ਸੁਭਾਅ ਵੀ ਹੁੰਦਾ ਤੇ ਬੱਚੇ ਅਣਜਾਣਪੁਣੇ ਵਿੱਚ ਗਲਤੀਆਂ ਕਰਦੇ। ਪਰ ਜਨਨੀ ਚੀਤ ਨ ਰਾਖਸ ਤੇਤੇ। ਜਨਨੀ ਦਾ ਮਤਲਬ ਹੈ ਜਨਮ ਦੇਣ ਵਾਲੀ ਮਾਤਾ ਕਹੋ, ਪਿਤਾ ਕਹੋ। ਉਹ ਬੱਚੇ ਦੇ ਕੀਤੇ ਹੋਏ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ, ਭੁੱਲ ਜਾਂਦੇ ਨੇ ਤਥਾ ਭੁਲਾ ਦਿੰਦੇ ਨੇ। ਬੱਚਾ ਮਾੜਾ ਜਿਹਾ ਵੀ ਅਹਿਸਾਸ ਕਰੇ, ਸੌਰੀ ਕਰੇ, ਅਫਸੋਸ ਕਰੇ, ਮਾਤਾ ਪਿਤਾ ਉਸੇ ਵੇਲੇ ਗਲ ਲਾ ਲੈਂਦੇ। ਇੱਕ ਦੁਨਿਆਵੀ ਮਾਤਾ ਪਿਤਾ ਦੀ ਮਿਸਾਲ ਦੇ ਕੇ ਭਗਤ ਕਬੀਰ ਜੀ ਕਹਿ ਰਹੇ ਤੇ ਸਾਨੂੰ ਜਾਚ ਵੀ ਸਿਖਾ ਰਹੇ, ਭਾਈ ਕਦੇ ਅਹੰਕਾਰ ਨਾ ਕਰੋ। ਇਹ ਨਾ ਆਖੋ ਕਿ ਮੈਂ ਕਦੇ ਗਲਤੀ ਨਹੀਂ ਕੀਤੀ। ਸਾਡੀ ਹਾਲਤ ਤੇ ਇਹ ਹੈ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਇਆ ਕਰੋ। ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਇੱਕ ਦੁਨਿਆਵੀ ਮਾਤਾ ਪਿਤਾ ਤੇ ਪੁੱਤਰ ਦੀ ਮਿਸਾਲ ਦੇ ਕੇ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਵੇਖੋ ਇੱਕ ਦੁਨਿਆਵੀ ਮਾਤਾ ਪਿਤਾ ਪਰ ਸੁਤ ਅਪਰਾਧ ਕਰਤ ਹੈ ਜੇਤੇ। ਜਨਨੀ ਚੀਤ ਨ ਰਾਖਸ ਤੇਤੇ। ਚੀਤ ਤੇ ਤੱਤੇ ਨੂੰ ਸਿਆਰੀ ਹੈ। ਮਾਤਾ ਪਿਤਾ
ਬੱਚੇ ਦੇ ਕੀਤੇ ਹੋਏ ਗੁਨਾਹਾਂ ਨੂੰ, ਗਲਤੀਆਂ ਨੂੰ ਯਾਦ ਨਹੀਂ ਰੱਖਦੇ, ਭੁੱਲ ਜਾਂਦੇ। ਕਹਿ ਦਿੰਦੇ ਨੇ ਕੀ ਹੋਇਆ, ਬੱਚਾ ਹੈ, ਬੱਚੇ ਕੋਲੋਂ ਗਲਤੀਆਂ ਹੋ ਹੀ ਜਾਂਦੀਆਂ। ਹੇ ਵਾਹਿਗੁਰੂ, ਜੇ ਇੱਕ ਦੁਨਿਆਵੀ ਮਾਤਾ ਪਿਤਾ ਆਪਣੇ ਬੱਚੇ ਦੀਆਂ ਗਲਤੀਆਂ ਨੂੰ, ਗੁਨਾਹਾਂ ਨੂੰ, ਭੁੱਲਾਂ ਨੂੰ ਮਾਫ ਕਰ ਦਿੰਦੇ, ਤੇ ਮੈਂ ਵੀ ਤਾਂ ਤੁਹਾਡਾ ਬੱਚਾ ਹਾਂ। ਰਾਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮੈਂ ਵੀ ਤੁਹਾਡਾ ਬੱਚਾ ਹਾਂ, ਤੁਸੀਂ ਮੇਰਾ ਔਗਣ, ਮੇਰੀ ਅਕਿਰਤ ਕਣਤਾ ਕਿਉਂ ਨਹੀਂ ਬਖਸ਼ੋ। ਸਾਧ ਸੰਗਤ ਵਿਚਾਰਨ ਦੀ ਲੋੜ ਹੈ। ਉਹ ਮਾਲਕ ਕਿਤਨਾ ਕੁਝ ਦਿੰਦਾ ਹੈ, ਅਸੀਂ ਉਹਦਾ ਸ਼ੁਕਰਾਨਾ ਕਰਨ ਜੋਗੇ ਵੀ ਨਹੀਂ। ਤੇ ਕਈ ਵਾਰੀ ਬੜੇ ਉਲਾਂਭੇ ਦੇ ਦਿੰਦੇ, ਰੱਬ ਨੇ ਸਾਡੇ ਨਾਲ ਕੀ ਕੀਤਾ, ਰੱਬ ਨੇ ਸਾਨੂੰ ਕੀ ਦਿੱਤਾ, ਜਾਂ ਰੱਬ ਨੇ ਸਾਨੂੰ ਦਿੱਤਾ ਹੀ ਕੁਝ ਨਹੀਂ। ਇਹ ਬੜੀ ਵੱਡੀ ਗਲਤੀ ਹੈ। ਦੇਖੋ, ਤੁਸੀਂ ਹੋਵੋ, ਤੁਹਾਡੇ ਨਾਲ ਕੋਈ ਚੰਗਿਆਈ ਕਰੇ, ਤੁਸੀਂ ਉਹਦੀ ਚੰਗਿਆਈ ਨਾ ਮੰਨੋ, ਜਾਂ ਤੁਹਾਡੀ ਕੀਤੀ ਚੰਗਿਆਈ ਕੋਈ ਨਾ ਮੰਨੇ, ਤੁਹਾਨੂੰ ਕੈਸਾ ਲੱਗੇ। ਵਿਚਾਰ ਕੇ ਦੇਖੀਏ ਕਿ ਪਰਮਾਤਮਾ ਨੇ ਸਾਡੇ ਨਾਲ ਕੀ ਨਹੀਂ ਕੀਤਾ, ਸਾਨੂੰ ਕੀ ਨਹੀਂ ਦਿੱਤਾ। ਗੁਰਬਾਣੀ ਸਾਨੂੰ ਇਹੀ ਗੱਲ ਯਾਦ ਕਰਾਉਂਦੀ ਹੈ, ਨਿਰਗੁਣਿਆਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੇ ਨਾਲ। ਆਖਿਆ ਹੈ ਨਿਰਗੁਣਿਆਰੇ ਜੀਵ, ਉਸ ਪਰਮਾਤਮਾ ਨੂੰ ਯਾਦ ਕਰ, ਉਹਨੇ ਤੇਰੇ ਨਾਲ ਕਿਤਨੇ ਉਪਕਾਰ ਕੀਤੇ। ਮੈਨੂੰ ਸੁਭਾਵ ਹੈ ਕਿ ਔਖੀ ਗੱਲ ਨੂੰ ਸੌਖੀ ਕਰਕੇ ਸਮਝਾ ਦੇ। ਕਹਿੰਦੇ ਨੇ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਮਹਾਤਮਾ ਆਏ, ਰਾਜੇ ਨੇ ਬੜਾ ਸਤਿਕਾਰ ਕੀਤਾ, ਉਹਨਾਂ ਨੂੰ ਬੜੀ ਉੱਚੀ ਜਗ੍ਹਾ 'ਤੇ ਆਪਣੇ ਕੋਲ ਬਿਠਾਇਆ। ਹੁਣ ਮਹਾਤਮਾ ਨੇ ਤੇ ਮਹਾਤਮਾ ਵਾਲਾ ਹੀ ਕੰਮ ਕਰਨਾ, ਉਹਨਾਂ ਨੇ ਤੇ ਰੱਬ ਨਾਲ ਜੋੜਨ ਦੀ ਪ੍ਰੇਰਨਾ ਕਰਨੀ। ਕਹਿੰਦੇ ਰਾਜੇ ਨੇ ਕਿਹਾ ਨੌਕਰ ਨੂੰ, ਮੈਨੂੰ ਪਿਆਸ ਲੱਗੀ ਹੈ, ਪਾਣੀ ਦਾ ਪਿਆਲਾ ਲਿਆਓ। ਨੌਕਰ ਹੁਕਮ 'ਚ ਸੁਣ ਕੇ ਪਾਣੀ ਦਾ ਪਿਆਲਾ ਲੈਣ ਚਲਾ ਗਿਆ। ਸਾਈਂ ਲੋਕ ਕਹਿਣ ਲੱਗੇ, ਮਹਾਤਮਾ ਕਹਿਣ ਲੱਗੇ, ਰਾਜਨ ਮੈਂ ਗੱਲ ਪੁੱਛਾਂ ਤੁਹਾਨੂੰ। ਕਹਿੰਦੇ ਪੁੱਛੋ ਮਹਾਰਾਜ। ਕਹਿੰਦੇ ਜਿਵੇਂ ਹੁਣ ਤੁਹਾਨੂੰ ਪਿਆਸ ਲੱਗੀ ਹੈ ਤੇ ਤੁਸੀਂ ਨੌਕਰ ਨੂੰ ਹੁਕਮ ਕੀਤਾ ਪਾਣੀ ਲਿਆਓ, ਮੈਂ ਇਹ ਪੁੱਛਦਾ ਕਿ ਜੇ ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਿਧਰੇ ਮਿਲੇ ਨਾ, ਤੇ ਤੁਸੀਂ ਆਖੋ ਬਈ ਮੇਰੀ ਤਾਂ ਜਾਨ ਨਿਕਲਦੀ ਹੈ ਪਾਣੀ ਬਿਨਾਂ, ਮੈਨੂੰ ਤਾਂ ਪਾਣੀ ਲਿਆ ਕੇ ਪਿਲਾਓ। ਇਹੋ ਜਿਹੀ ਹਾਲਤ ਵਿੱਚ ਤੁਹਾਨੂੰ ਕੋਈ ਪਾਣੀ ਦਾ ਪਿਆਲਾ ਲਿਆ ਕੇ ਦੇਵੇ ਤੇ ਤੁਸੀਂ ਫਿਰ ਉਹਨੂੰ ਕੀ ਦਿਓਗੇ? ਜਿਹੜਾ ਤੁਹਾਡੀ ਪਿਆਸ ਬੁਝਾਵੇ, ਤੁਹਾਡੀ ਜਾਨ ਬਚਾਵੇ, ਤੁਸੀਂ ਉਹਨੂੰ ਕੀ ਦਿਓਗੇ? ਰਾਜਾ ਸੋਚਾਂ ਵਿੱਚ ਪੈ ਗਿਆ। ਸੋਚ ਸੋਚ ਕੇ ਕਹਿਣ ਲੱਗਾ, ਰੱਬ ਨਾ ਕਰੇ ਜੇ ਐਸੀ ਸਥਿਤੀ ਆ ਜਾਏ ਤੇ ਪਾਣੀ ਤੋਂ ਬਿਨਾਂ ਮੇਰੇ ਪ੍ਰਾਣ ਨਿਕਲਦੇ ਹੋਣ ਤੇ ਮੈਨੂੰ ਕੋਈ ਪਾਣੀ ਦਾ ਪਿਆਲਾ ਪਿਲਾ ਕੇ ਮੇਰੀ ਜਾਨ ਬਚਾਵੇ। ਜਾਨ ਹੈ ਤੇ ਜਹਾਨ ਹੈ, ਮੈਂ ਉਸ ਬੰਦੇ ਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਇੰਨੀ ਦੇਰ ਨੂੰ ਨੌਕਰ ਪਾਣੀ ਲੈ ਕੇ ਆ ਗਿਆ। ਹੁਣ ਰਾਜਾ ਪਾਣੀ ਦਾ ਪਿਆਲਾ ਹੱਥ ਵਿੱਚ ਫੜਿਆ ਹੋਇਆ, ਮਹਾਤਮਾ ਵੱਲ ਦੇਖ ਰਿਹਾ। ਮਹਾਤਮਾ ਕਹਿੰਦੇ ਰਾਜਨ ਪਾਣੀ ਪੀਓ, ਤੁਹਾਨੂੰ ਪਿਆਸ ਲੱਗੀ। ਉਹਨੇ ਪੀ ਲਿਆ। ਕਹਿੰਦੇ ਹੁਣ ਇੱਕ ਗੱਲ ਹੋਰ ਪੁੱਛਾਂ, ਇਹ ਜਿਹੜਾ ਪਾਣੀ ਦਾ ਪਿਆਲਾ ਤੁਸੀਂ ਆਪਣੀ ਇੱਛਾ ਨਾਲ ਪੀਤਾ ਹੈ, ਇਹ ਜਾ ਕੇ ਤੁਹਾਡੇ ਅੰਦਰ ਰੁਕ ਜਾਏ, ਪਿਸ਼ਾਬ ਦਾ ਬੰਦ ਪੈ ਜਾਏ, ਤੁਸੀਂ ਪੀੜਾ ਨਾਲ ਤੜਫਣ ਲੱਗ ਪਓ, ਲੇਟਣੀਆਂ ਲੈਣ ਲੱਗ ਪਓ, ਬਈ ਮੇਰੀ ਜਾਨ ਚੱਲੀ। ਇਹ ਪਾਣੀ ਦਾ ਪਿਆਲਾ ਜਿਹੜਾ ਤੁਸੀਂ ਆਪਣੀ ਇੱਛਾ ਨਾਲ ਪੀਤਾ ਹੈ, ਪਰ ਹੁਣ ਉਹ ਤੁਹਾਡੇ ਅੰਦਰ ਰੁਕ ਗਿਆ, ਤੁਸੀਂ ਆਂਦੇ ਮੇਰੀ ਜਾਨ ਨਿਕਲਦੀ। ਕੋਈ ਹਕੀਮ, ਕੋਈ ਡਾਕਟਰ ਵੈਦ ਪੁੜੀ ਦੇ ਕੇ, ਦਵਾਈ ਦੇ ਕੇ ਤੁਹਾਡਾ ਉਹ ਪਾਣੀ ਦਾ ਪਿਆਲਾ ਖਾਰਜ ਕਰ ਦੇਵੇ, ਤੁਹਾਡੀ ਜਾਨ ਬਚਾਵੇ, ਤੁਹਾਨੂੰ ਕੀ ਦਿਓਗੇ ਉਸ ਨੂੰ? ਆਂਦਾ ਰੱਬ ਨਾ ਕਰੇ ਜੇ ਐਸੀ ਹਾਲਤ ਬਣ ਜਾਏ, ਮੇਰੀ ਕੋਈ ਜਾਨ ਬਚਾ ਦੇਵੇ, ਮੈਂ ਉਸ ਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਮਹਾਤਮਾ ਬੜੇ ਹੱਸੇ, ਕਹਿਣ ਲੱਗੇ ਇਹਦਾ ਮਤਲਬ ਤੁਹਾਡੀ ਇਹ ਸਾਰੀ ਸਲਤਨਤ
ਦਾ ਮੁੱਲ ਇੱਕ ਪਾਣੀ ਦਾ ਪਿਆਲਾ ਹੈ। ਜਰਾ ਸੋਚ ਕੇ ਦੇਖੋ, ਅਸੀਂ ਕਿੰਨੇ ਪਾਣੀ ਦੇ ਪਿਆਲੇ ਪੀਂਦੇ ਤੇ ਕਿੰਨੇ ਸਾਡੇ ਅੰਦਰੋਂ ਫਿਰ ਖਾਰਜ ਹੁੰਦੇ ਨੇ, ਤੇ ਉਸ ਪਰਮਾਤਮਾ ਦਾ ਅਸੀਂ ਸ਼ੁਕਰਾਨਾ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਮਨੁੱਖ ਨੂੰ ਕਦੇ ਹੰਕਾਰੀ ਨਹੀਂ ਹੋਣਾ ਚਾਹੀਦਾ। ਸਦਾ ਹੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਇਹ ਨਿਮਰਤਾ ਨਾਲ ਬੇਨਤੀ ਕਰਨੀ ਚਾਹੀਦੀ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋ ਬਾਰਿਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। ਹੇ ਵਾਹਿਗੁਰੂ, ਮੈਂ ਤੁਹਾਡਾ ਬੱਚਾ ਹਾਂ, ਮੈਂ ਤੁਹਾਡਾ ਦਾਸ ਹਾਂ, ਮੇਰੀਆਂ ਕੀਤੀਆਂ ਗਲਤੀਆਂ ਕਿਉਂ ਨਹੀਂ ਮਾਫ ਕਰੋ। ਰਹਾਓ, ਜੇ ਅਤ ਕਰੋਪ ਕਰੇ ਕਰ ਧਾਇਆ। ਕਈ ਵਾਰੀ ਕਈ ਬੱਚੇ ਬੜੇ ਕ੍ਰੋਧ ਵਿੱਚ ਆ ਕੇ ਆਪਣੇ ਮਾਤਾ ਪਿਤਾ ਤੇ ਹੱਥ ਚੁੱਕ ਲੈਂਦੇ, ਉਹਨਾਂ ਨੂੰ ਮਾਰਨ ਤੱਕ ਪੈਂਦੇ ਨੇ। ਔਰ ਅੱਜ ਕਲਯੁਗ ਦੇ ਸਮੇਂ ਵਿੱਚ ਇਹੋ ਜਿਹੀਆਂ ਬੇਅੰਤ ਸ਼ਿਕਾਇਤਾਂ ਮਿਲ ਰਹੀਆਂ। ਪਰ ਮਾਂ ਪਿਓ ਦਾ ਦਿਲ ਬੜਾ ਦਿਆਲੂ ਹੈ, ਉਹ ਫਿਰ ਵੀ ਬੱਚੇ ਦੀਆਂ ਕੀਤੀਆਂ ਵਧੀਕੀਆਂ ਤੇ ਜ਼ਿਆਦਤੀਆਂ ਨੂੰ ਭੁੱਲ ਜਾਂਦੇ। ਸਮਾਂ ਨਹੀਂ ਹੁੰਦਾ ਕਿ ਬਹੁਤੀਆਂ ਸਾਖੀਆਂ ਸੁਣਾਈਆਂ ਜਾਣ, ਪਰ ਇਹਨਾਂ ਸਾਖੀਆਂ ਤੋਂ ਸਾਨੂੰ ਸਿੱਖਿਆ ਜ਼ਰੂਰ ਮਿਲਦੀ। ਬੇਸ਼ੁਮਾਰ ਐਸੇ ਬੱਚੇ ਨੇ ਜਿਹੜੇ ਅੱਜ ਕ੍ਰੋਧ ਦਾ ਸ਼ਿਕਾਰ ਹੋ ਕੇ ਮਾਤਾ ਤੇ ਹੱਥ ਚੁੱਕ ਲੈਣਗੇ, ਪਿਤਾ ਤੇ ਹੱਥ ਚੁੱਕ ਲੈਣਗੇ। ਭਗਤ ਜੀ ਨੇ ਕਿਹਾ, ਪਰਮਾਤਮਾ ਜੇ ਅਤ ਕਰੋਪ ਕਰੇ ਕਰ ਧਾਇਆ। ਧਾਇਆ ਦਾ ਮਤਲਬ ਹੈ ਹੱਲਾ ਬੋਲ ਦੇਵੇ, ਹੱਥ ਚੁੱਕ ਲਵੇ, ਉਹਨਾਂ ਨਾਲ ਜ਼ਿਆਦਤੀ ਕਰਨ ਦਾ ਯਤਨ ਕਰੇ, ਤਾਂ ਵੀ ਚੀਤ ਨ ਰਾਖਸ ਮਾਇਆ। ਇੱਥੇ ਮਾਇਆ ਦਾ ਮਤਲਬ ਮਾਂ। ਉਹ ਜਿਹੜੀ ਮਾਂ ਹੈ ਫਿਰ ਵੀ ਨਹੀਂ ਯਾਦ ਰੱਖਦੀ, ਫਿਰ ਵੀ ਭੁੱਲ ਜਾਂਦੀ। ਕਹਿੰਦੀ ਕੋਈ ਗੱਲ ਨਹੀਂ, ਮੇਰਾ ਪੁੱਤਰ ਹੈ, ਕੋਈ ਗੱਲ ਨਹੀਂ, ਮੇਰਾ ਬੱਚਾ ਹੈ। ਇੱਕ ਮਿਸਾਲ ਦਿੱਤੀ, ਆਖਿਆ ਹੈ ਪ੍ਰਭੂ, ਉਸ ਮਾਂ ਦਾ ਦਿਲ ਕਿੰਨਾ ਕੋਮਲ ਹੈ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਤਾਂ ਇੱਥੇ ਤੱਕ ਲਿਖਿਆ, ਮਾਂ ਵਰਗਾ ਕਣ ਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ, ਜਿਸ ਦੀ ਛਾਂ ਉਧਾਰੀ ਲੈ ਕੇ ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ। ਮਾਂ ਦਾ ਦਿਲ ਕਿਤਨਾ ਦਿਆਲੂ ਹੈ, ਪਿਤਾ ਦਾ ਦਿਲ ਕਿਤਨਾ ਦਿਆਲੂ ਹੈ। ਤਾਂ ਭਗਤ ਜੀ ਨੇ ਇਹ ਹਵਾਲੇ ਦੇ ਕੇ ਪਰਮਾਤਮਾ ਕੋਲੋਂ ਮੰਗ ਕੀਤੀ ਹੈ, ਸਾਨੂੰ ਜਾਚ ਸਿਖਾਈ। ਆਖਿਆ ਮੇਰੀ ਅਰਦਾਸ ਹੈ, ਚਿੰਤ ਭਵਨ ਮਨ ਪਰਿਓ ਹਮਾਰਾ। ਮੇਰਾ ਮਨ ਚਿੰਤਾ ਦੇ ਭਵਰ ਵਿੱਚ ਫਸਿਆ ਹੋਇਆ, ਮੈਨੂੰ ਚਿੰਤਾ ਦੀ ਘੁੰਮਣ ਘੇਰੀ ਲੱਗੀ ਹੋਈ ਹੈ। ਨਾਮ ਬਿਨਾ ਕੈਸੇ ਉਤਰਸ ਪਾਰਾ। ਤੁਹਾਡਾ ਨਾਮ ਸਿਮਰਨ ਤੋਂ ਬਿਨਾ ਮੈਂ ਇਸ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰਾਂ। ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਦੇਹ ਬਿਮਲ ਮਤ ਸਦਾ ਸਰੀਰਾ। ਹੇ ਵਾਹਿਗੁਰੂ, ਦੇ ਇੱਥੇ ਦੇ ਹਾਏ ਨੂੰ ਸਿਆਰੀ ਹੈ, ਦੇਣਾ ਕਰ। ਦੇ ਦੱਦੇ ਨੂੰ ਦੇ ਲਾਵਾਂ, ਹਾਹਾ ਦੇ ਮੁਕਤਾਵੇ ਉਹ ਸਰੀਰ ਵਾਸਤੇ। ਇੱਥੇ ਦੇਣਾ ਕਰ। ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਦੇਹ ਬਿਮਲ ਮਤ ਸਦਾ ਸਰੀਰਾ। ਬਿਮਲ ਦਾ ਮਤਲਬ ਹੈ ਉਹ ਮਤ ਜਿਹਦੇ ਵਿੱਚ ਮੈਲ ਨਾ ਹੋਵੇ, ਨਿਰਮਲ ਮਤ, ਨਿਰਮਲ ਬੁੱਧ, ਸੋਹਣੀ ਅਕਲ, ਜਿਹਦੇ ਕਰਕੇ ਮੈਂ ਕਦੇ ਵੀ ਤੁਹਾਡਾ ਸਿਮਰਨ ਨਾ ਭੁੱਲਾਂ, ਮੈਂ ਤੁਹਾਡਾ ਸ਼ੁਕਰਾਨਾ ਕਰਨਾ ਨਾ ਭੁੱਲਾਂ, ਮੈਂ ਕਦੇ ਵੀ ਇਹੋ ਜਿਹੀ ਗਲਤੀ ਨਾ ਕਰਾਂ। ਦੇਹ ਬਿਮਲ ਮਤ ਸਦਾ ਸਰੀਰਾ। ਮੇਰੇ ਸਰੀਰ ਵਿੱਚ ਇਹੋ ਜਿਹੀ ਨਿਰਮਲ ਮਤ ਬਖਸ਼ਣੀ ਕਰੋ। ਦੇ ਬਿਮਲ ਮਤ ਸਦਾ ਸਰੀਰਾ। ਹੇ ਵਾਹਿਗੁਰੂ, ਮੇਰੇ ਤੇ ਟੁੱਟ ਕੇ ਮੈਨੂੰ ਇਹੋ ਜਿਹੀ ਨਿਰਮਲ ਬੁੱਧ ਦੇਣੀ ਕਰੋ।
ਸਹਿਜ ਸਹਿਜ ਗੁਣ ਰਵੈ ਕਬੀਰਾ। ਇਹ ਕਬੀਰ ਤੁਹਾਡੇ ਗੁਣਾਂ ਨੂੰ ਰੱਬ ਦਾ ਯਾਦ ਕਰਦਾ ਰਹੇ, ਸਹਿਜੇ ਸਹਿਜੇ ਪਿਆਰ ਦੇ ਨਾਲ। ਸੱਚਮੁੱਚ ਸਾਰੀ ਗੁਰਬਾਣੀ ਸਾਨੂੰ ਇਹੋ ਹੀ ਪ੍ਰੇਰਨਾ ਕਰ ਰਹੀ। ਭਾਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਤ ਭਾਈ। ਗੁਰ ਪੂਰੇ ਤੂੰ ਰੱਖਿਆ। ਤੋ ਭਗਤ ਜੀ ਦਾ ਇਹ ਸ਼ਬਦ ਸਾਨੂੰ ਕਿਤਨੀ ਸੁੰਦਰ ਪ੍ਰੇਰਨਾ ਦੇ ਰਿਹਾ। ਅਸੀਂ ਵੀ ਰੋਜ਼ ਅਰਦਾਸ ਕਰੀਏ, ਹੇ ਵਾਹਿਗੁਰੂ, ਮੈਂ ਦੁਨੀਆ ਦੇ ਕੰਮ ਵੀ ਕਰਾਂ, ਕਿਰਤਕਾਰ ਵੀ ਕਰਾਂ, ਪਰ ਮੈਂ ਤੁਹਾਡਾ ਸਿਮਰਨ ਵੀ ਕਰਾਂ। ਬਸ ਇਹੋ ਜਿਹੀ ਮੈਨੂੰ ਸ੍ਰੇਸ਼ਟ ਮਤ, ਨਿਰਮਲ ਮਤ, ਚੰਗੀ ਬੁੱਧ ਦੇਣੀ ਕਰੋ, ਤਾਂ ਜੋ ਮੇਰਾ ਜੀਵਨ ਸਫਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।